ਬੱਚਿਓ, ਰੋਜ਼ਾਨਾ ਜ਼ਿੰਦਗੀ ਵਿੱਚ ਗਤੀ ਦੀ ਕਿੰਨੀ ਮਹੱਤਤਾ ਹੈ, ਇਹ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਜ਼ਿੰਦਗੀ ਨਾਲ ਜੁੜੀ ਹੋਈ ਇਹ ਰੇਖਾ ਜੋ ਲਗਾਤਾਰ ਗਤੀ ਕਰ ਰਹੀ ਹੈ, ਜ਼ਿੰਦਗੀ ਦੀ ਹੋਂਦ ਨੂੰ ਦਰਸਾਉਂਦੀ ਹੈ। ਇਸ ਰੇਖਾ ਦਾ ਰੁਕਣਾ ਮੌਤ ਨੂੰ ਦਰਸਾਉਂਦਾ ਹੈ। ਸਾਡੀਆਂ ਨਾੜੀਆਂ ਵਿੱਚ ਲਗਾਤਾਰ ਖੂਨ ਦਾ ਗਤੀ ਕਰਨਾ ਸਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ। ਤੁਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਆਸੇ-ਪਾਸੇ ਝਾਤ ਮਾਰੋ ਤਾਂ ਹਰ ਚੀਜ਼ ਗਤੀ ਕਰਦੀ ਹੋਈ ਹੀ ਵਧੀਆ ਲੱਗਦੀ ਹੈ। ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਇਹ ਹਵਾ ਗਤੀ ਕਰ ਰਹੀ ਹੈ। ਇਸ ਦੀ ਗਤੀ ਦਾ ਅੰਦਾਜ਼ਾ ਧੂੜ ਕਣਾਂ ਦੇ ਉੱਡਣ ਨਾਲ, ਪੌਣਾ, ਰੁੱਖਾਂ ਦੀਆਂ ਟਾਹਣੀਆਂ ਅਤੇ ਪੱਤਿਆਂ ਦੀ ਹਿਲਜੁਲ ਤੋਂ ਲਗਾਉਂਦੇ ਹਾਂ। ਇੱਥੋਂ ਤੱਕ ਕਿ ਛੋਟੇ ਤੋਂ ਛੋਟਾ ਕਣ, ਜਿਸ ਨੂੰ ਅਸੀਂ ਪਰਮਾਣੂ ਆਖਦੇ ਹਾਂ, ਗਤੀ ਕਰਦਾ ਹੈ। ਪਰਮਾਣੂ, ਅਣੂ, ਤਾਰੇ, ਆਕਾਸ਼ ਗੰਗਾ ਸਾਰੇ ਹੀ ਗਤੀ ਅਵਸਥਾ ਵਿੱਚ ਹਨ। ਤੁਸੀਂ ਕਦੇ ਸੋਚਿਆ ਹੈ ਕਿ ਦਿਨ ਅਤੇ ਰਾਤ, ਮੌਸਮ ਵਿੱਚ ਤਬਦੀਲੀ, ਇਹ ਸਭ ਕਿਉਂ ਵਾਪਰਦੇ ਹਨ? ਇਹ ਸਭ ਧਰਤੀ ਦੀ ਗਤੀ ਕਾਰਨ ਵਾਪਰਦੇ ਹਨ। ਪਰ ਸਾਨੂੰ ਧਰਤੀ ਗਤੀ ਕਰਦੀ ਪ੍ਰਤੀਤ ਨਹੀਂ ਹੁੰਦੀ, ਕਿਉਂਕਿ ਅਸੀਂ ਧਰਤੀ ਦੇ ਨਾਲ ਹੀ ਗਤੀ ਅਵਸਥਾ ਵਿੱਚ ਹਾਂ। ਇਸ ਲਈ ਬੱਚਿਓ, ਗਤੀ ਅਵਸਥਾ ਉਦੋਂ ਹੀ ਪ੍ਰਤੀਤ ਹੁੰਦੀ ਹੈ ਜਦੋਂ ਉਸ ਨੂੰ ਵਿਰਾਮ ਅਵਸਥਾ ਵਿੱਚ ਬੈਠ ਕੇ ਦੇਖਿਆ ਜਾਵੇ। ਧਰਤੀ ਦੀ ਗਤੀ ਕਿਸੇ ਹੋਰ ਗ੍ਰਹਿ ਤੋਂ ਆਸਾਨੀ ਨਾਲ ਦੇਖੀ ਜਾ ਸਕਦੀ ਹੈ। ਕਿਸੇ ਵਸਤੂ ਦੀ ਇੱਕ ਸਮਾਨ ਸਰਲ ਰੇਖੀ ਗਤੀ ਦੇ ਦੌਰਾਨ ਵੇਗ ਸਮੇਂ ਦੇ ਨਾਲ ਸਥਿਰ ਰਹਿੰਦਾ ਹੈ। ਇਸ ਅਵਸਥਾ ਵਿੱਚ ਕਿਸੇ ਵੀ ਸਮੇਂ ਅੰਤਰਾਲ ਵਿੱਚ ਵਸਤੂ ਦੇ ਵੇਗ ਵਿੱਚ ਅੰਤਰ ਸਿਫਰ ਹੁੰਦਾ ਹੈ। ਪਰੰਤੂ ਅਸਮਾਨ ਵੇਗ ਗਤੀ ਵਿੱਚ ਵੇਗ ਸਮੇਂ ਦੇ ਨਾਲ ਬਦਲਦਾ ਹੈ। ਇਸ ਤਰ੍ਹਾਂ ਕਿਸੇ ਵੀ ਸਮਾਨ ਅੰਤਰਾਲ ਤੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਸਿਫਰ ਨਹੀਂ ਹੁੰਦਾ। ਇਸ ਲਈ ਬੱਚਿਓ, ਇੱਕ ਹੋਰ ਭੌਤਿਕ ਰਾਸ਼ੀ ਪ੍ਰਵੇਗ ਬਾਰੇ ਜਾਣਨਾ ਹੋਵੇਗਾ, ਜੋ ਕਿ ਇੱਕ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਦਾ ਮਾਪ ਹੈ। ਪ੍ਰਵੇਗ ਬਰਾਬਰ ਹੈ ਵੇਗ ਵਿੱਚ ਪਰਿਵਰਤਨ ਬਟਾ ਲੱਗਿਆ ਹੋਇਆ ਸਮਾਂ। ਜੇ ਕਿਸੇ ਵਸਤੂ ਦਾ ਵੇਗ ਆਰੰਭਿਕ ਵੇਗ u ਤੋਂ ਸਮੇਂ ਵਿੱਚ ਬਦਲਦੇ v ਹੋ ਜਾਂਦਾ ਹੈ, ਤਾਂ ਇਹ ਪ੍ਰਵੇਗ a ਹੇਠ ਲਿਖੇ ਅਨੁਸਾਰ ਹੋਵੇਗਾ। a ਬਰਾਬਰ v ਮਾਈਨਸ u ਬਟਾ t। ਇਸ ਤਰ੍ਹਾਂ ਦੀ ਗਤੀ ਨੂੰ ਪ੍ਰਵੇਗਿਤ ਗਤੀ ਕਿਹਾ ਜਾਂਦਾ ਹੈ। ਜੇਕਰ ਪ੍ਰਵੇਗ ਵੇਗ ਦੀ ਦਿਸ਼ਾ ਵਿੱਚ ਹੈ ਤਾਂ ਇਸ ਨੂੰ ਧਨਾਤਮਕ ਲਿਆ ਜਾਂਦਾ ਹੈ, ਪਰ ਜੇਕਰ ਇਹ ਵੇਗ ਦੇ ਉਲਟ ਦਿਸ਼ਾ ਵਿੱਚ ਹੈ ਤਾਂ ਇਸ ਨੂੰ ਰਿਣਾਤਮਕ ਲਿਆ ਜਾਂਦਾ ਹੈ। ਪ੍ਰਵੇਗ ਦੀ ਇਕਾਈ ਮੀਟਰ ਪਰ ਸੈਕਿੰਡ ਸਕੁਅਰ ਹੈ। ਜੇਕਰ ਕੋਈ ਵਸਤੂ ਸਰਲ ਰੇਖਾ ਵਿੱਚ ਚੱਲਦੀ ਹੈ ਅਤੇ ਇਸ ਦਾ ਵੇਗ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਮਾਤਰਾ ਵਿੱਚ ਘਟਦਾ ਜਾਂ ਵੱਧਦਾ ਹੈ, ਤਾਂ ਵਸਤੂ ਦੇ ਪ੍ਰਵੇਗ ਨੂੰ ਇੱਕ ਸਮਾਨ ਪ੍ਰਵੇਗ ਕਿਹਾ ਜਾਂਦਾ ਹੈ। ਸੁਤੰਤਰ ਰੂਪ ਵਿੱਚ ਆਪਣੇ ਆਪ ਡਿੱਗਦੀ ਹੋਈ ਵਸਤੂ ਇੱਕ ਸਮਾਨ ਪ੍ਰਵੇਗ ਦੀ ਉਦਾਹਰਣ ਹੈ। ਦੂਜੇ ਪਾਸੇ ਵਸਤੂ ਅਸਮਾਨ ਪ੍ਰਵੇਗ ਨਾਲ ਚੱਲ ਸਕਦੀ ਹੈ ਜੇ ਉਸ ਦਾ ਵੇਗ ਅਸਮਾਨ ਦਰ ਨਾਲ ਬਦਲਦਾ ਹੈ। ਉਦਾਹਰਣ ਦੇ ਤੌਰ ਤੇ, ਜੇਕਰ ਇੱਕ ਕਾਰ ਸਿੱਧੀ ਸੜਕ ਤੇ ਚੱਲਦੇ ਹੋਏ ਬਰਾਬਰ ਸਮੇਂ ਅੰਤਰਾਲਾਂ ਵਿੱਚ ਅਸਮਾਨ ਦਰ ਨਾਲ ਚੱਲਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਕਾਰ ਅਸਮਾਨ ਪ੍ਰਵੇਗ ਨਾਲ ਗਤੀਮਾਨ ਹੈ।
इसका न्यूमेरिकल हल करने ਲਈ ਸਾਨੂੰ ਤਿੰਨ ਗਤੀ ਸਮੀਕਰਨ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਵਿੱਚੋਂ ਪਹਿਲੀ ਸਮੀਕਰਨ ਹੈ v बराबर है u प्लस at, दूसरी है s बराबर है u t प्लस हाफ at स्क्वायर, अते तीसरी है v स्क्वायर माइनस u स्क्वायर बराबर है 2as। इन्हां गति समीकरणों विच सानू v u a t ਅਤੇ s ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੀ ਹਨ। ਸਭ ਤੋਂ ਪਹਿਲਾਂ v ਨੂੰ ਅਸੀਂ ਅੰਤਿਮ ਵੇਗ ਕਹਿੰਦੇ ਹਾਂ, u ਨੂੰ ਅਸੀਂ ਆਰੰਭਿਕ ਵੇਗ ਕਹਿੰਦੇ ਹਾਂ, a ਨੂੰ ਅਸੀਂ ਪ੍ਰਵੇਗ ਕਹਿੰਦੇ ਹਾਂ, t ਸਮਾਂ ਅਤੇ s ਨੂੰ ਦੂਰੀ ਕਿਹਾ ਜਾਂਦਾ ਹੈ। ਚਲੋ ਹੁਣ ਆਪਾਂ ਆਪਣਾ ਪਹਿਲਾ ਨਿਊਮੈਰੀਕਲ ਸ਼ੁਰੂ ਕਰ। ਇੱਕ ਟਰਾਲੀ ਇੱਕ ਢਾਲਵੇਂ ਤਲ ਤੇ 2 ਮੀਟਰ ਪ੍ਰਤੀ ਸੈਕਿੰਡ ਸਕੁਅਰ ਦੇ ਪ੍ਰਵੇਗ ਨਾਲ ਹੇਠਾਂ ਵੱਲ ਆ ਰਹੀ ਹੈ। ਗਤੀ ਸ਼ੁਰੂ ਕਰਨ ਦੇ 3 ਸੈਕਿੰਡ ਬਾਅਦ ਉਸ ਦਾ ਵੇਗ ਕਿੰਨਾ ਹੋਵੇਗਾ। सब तो पहला ਅਸੀਂ ਇਹ ਦੇਖਾਂਗੇ ਕਿ ਨਿਊਮੈਰੀਕਲ ਵਿੱਚ ਦਿੱਤਾ ਕੀ ਗਿਆ ਹੈ, ਜੋ ਸਾਨੂੰ ਸਾਫ਼ ਹੀ ਦਿਖ ਰਿਹਾ ਹੈ। ਪ੍ਰਵੇਗ ਦਿੱਤਾ ਗਿਆ ਹੈ, ਉਸ ਤੋਂ ਬਾਅਦ ਸਾਡੇ ਕੋਲ 3 ਸੈਕਿੰਡ ਸਮਾਂ ਦਿੱਤਾ ਗਿਆ ਹੈ। ਹੁਣ ਅਸੀਂ ਇਸ ਵਿੱਚ ਪਤਾ ਕੀ ਕਰਨਾ ਹੈ, ਗਤੀ ਸ਼ੁਰੂ ਕਰਨ ਦੇ 3 ਸੈਕਿੰਡ ਬਾਅਦ ਉਸ ਦਾ ਵੇਗ ਕਿੰਨਾ ਹੋਵੇਗਾ। ਇਸ ਦਾ ਮਤਲਬ ਸਾਡੇ ਕੋਲ अंतिम वेग पता करना है। ਅਸੀਂ ਇਸ ਦਾ ਅੰਤਿਮ ਵੇਗ ਪਤਾ ਕਰਾਂਗੇ, ਯਾਨੀ v ਤੇ ਆਰੰਭਿਕ ਵੇਗ ਸਾਡੇ ਕੋਲ 0 ਹੋਵੇਗਾ। ਠੀਕ ਹੈ, ਹੁਣ ਦੇਖੋ ਇਹ ਚੀਜ਼ਾਂ ਸਾਨੂੰ ਕਿਸ ਸਮੀਕਰਨ ਵਿੱਚ ਮਿਲਦੀਆਂ ਹਨ। ਇਹ ਸਾਰਾ ਕੁਝ ਸਾਨੂੰ ਪਹਿਲੀ ਸਮੀਕਰਨ ਵਿੱਚ ਮਿਲ ਰਿਹਾ ਹੈ, ਇਸ ਲਈ ਅਸੀਂ ਇੱਥੇ ਪਹਿਲੀ ਸਮੀਕਰਨ ਦੀ ਵਰਤੋਂ ਕਰਾਂਗੇ। v ਬਰਾਬਰ ਹੈ u plus at, ਤਾਂ ਕਰਾਂਗੇ u प्लस ए कितना है साडे कोल 2, समा कितना है 3, तो साडे कोल 2 गुणा 3 बराबर है 6 मीटर प्रति सेकंड साडा उत्तर आ चुका है कि एक मोटर बोट एक झील विच विराम अवस्था तो शुरू होकर एक सीधी रेखा विच गति करदे होया 3 मीटर प्रति सेकंड स्केयर दे स्थिर प्रवेग नाल 8 सेकंड तक चलती है। इस समा अंतराल विच मोटर बोट कितनी दूरी तय करती है। सब तो पहला सानू ये पता होना चाहिए है कि सानू इस न्यूमेरिकल विच की दिता गया है। मोटर बोट झील विच विराम अवस्था यानी आरंभिक वेग u विराम अवस्था तो चल रही है, इसका मतलब u होया साडे कोल 0। इस तो बाद सानू इस विच दिता गया है 3 मीटर प्रति सेकंड स्केयर दा प्रवेग यानी a। इस तो बाद सानू दिता गया है 8 सेकंड यानी समा 8 सेकंड। इस समा अंतराल विच मोटर बोट कितनी दूरी तय करती है, असी इस विच दूरी यानी s नूं लभांगे। हुण इह न्यूमेरिकल हल करन लई सानू इन्हां तिन्नां विचों किस समीकरण की जरूरत पैगी। आओ देखिए, साडे कोल दिता गया है u सानू ਤਿੰਨੇ ਸਮੀਕਰਨਾਂ ਵਿੱਚ ਮਿਲ ਜਾਵੇਗਾ। a ਸਾਨੂੰ ਤਿੰਨੋਂ ਸਮੀਕਰਨਾਂ ਵਿੱਚ ਮਿਲ ਜਾਵੇਗਾ। ਉਸ ਤੋਂ ਬਾਅਦ t ਸਾਨੂੰ ਸਿਰਫ 2 ਸਮੀਕਰਨਾਂ ਵਿੱਚ ਮਿਲੇਗਾ ਅਤੇ ਅਸੀਂ ਪਤਾ ਕਰਨਾ ਹੈ s। ਹੁਣ s ਸਾਨੂੰ ਸਿਰਫ 2 ਅਤੇ 3 ਵਿੱਚ ਮਿਲੇਗਾ। ਇਹ ਸਾਰੀਆਂ ਚੀਜ਼ਾਂ ਸਾਨੂੰ ਸੈਕੰਡ ਸਮੀਕਰਨ ਵਿੱਚ ਮਿਲ ਰਹੀਆਂ ਹਨ, ਇਸ ਲਈ ਅਸੀਂ ਇਸੇ ਦੀ ਵਰਤੋਂ ਕਰਾਂਗੇ। s बराबर है ut प्लस 1/2 t स्क्वायर। हुण असीं कीमतां भरांगे। s असीं पता करना है, u साडे कोल 0 है, t साडे कोल 8 है,
बटा 2 ਇਹਦੀ ਕੀਮਤ 3 है t ਸਾਡੇ ਕੋਲ 8 है ਲਓ ਜੀ 0 ਨੂੰ 8 ਨਾਲ ਗੁਣਾ ਕੀਤੀ 0 प्लस 1 बटा 2 3 गुणा 8 64 ਹੁਣ ਅਸੀਂ बटा 2 गुणा 3 गुणा 64 ਇਹਨੂੰ ਇੱਥੇ ਕੱਟ ਸਕਦੇ ਹਾਂ 32 ਤੇ 3 ਗੁਣਾ 30 96 मीटर ਸਾਡਾ ਆਨਸਰ ਆ ਗਿਆ ਹੈ ਜੀ। ਨੂਮੈਰੀਕਲ ਦੇਖਦੇ ਹਾਂ। ਸਾਡਾ ਅਗਲਾ ਨੂਮੈਰੀਕਲ ਆ 20 ਮੀਟਰ ਦੀ ਉਚਾਈ ਤੋਂ ਇੱਕ ਗੇਂਦ ਨੂੰ ਸੁੱਟਿਆ ਗਿਆ ਹੈ। ਜੇਕਰ ਉਸ ਦਾ ਵੇਗ 10 ਮੀਟਰ ਪ੍ਰਤੀ ਵਰਗ ਸੈਕਿੰਡ ਦੇ ਸਮਾਨ ਪ੍ਰਵੇਗ ਨਾਲ ਵਧਦਾ ਹੈ ਤਾਂ ਇਹ ਗੇਂਦ ਕਿਸ ਵੇਗ ਨਾਲ ਅਤੇ ਕਿੰਨੇ ਸਮੇਂ ਬਾਅਦ ਧਰਤੀ ਤੇ ਟਕਰਾਏਗੀ। ਭਾਵ ਇੱਕ ਕੋਈ ਗੇਂਦ ਨੂੰ ਧਰਤੀ ਤੋਂ 20 ਮੀਟਰ ਉੱਪਰੋਂ ਸੁੱਟਿਆ ਗਿਆ ਹੈ। ਜਦੋਂ ਸੁੱਟਿਆ ਗਿਆ ਹੈ ਉਸ ਸਮੇਂ ਜੋ ਸਾਡੀ ਵੇਗ ਹੈ ਉਹ ਹੈ 0 ਤੇ ਉਚਾਈ ਹੈਗੀ ਸਾਡੀ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ 20 ਮੀਟਰ। ਇਸ ਸਮੇਂ ਦੌਰਾਨ ਜੋ ਲਗਾਤਾਰ ਵੱਧਦਾ ਪ੍ਰਵੇਗ ਭਾਵ a ਉਹ ਹੈ ਸਾਡਾ 10 ਮੀਟਰ ਪਰ ਸੈਕਿੰਡ ਸਕੁਅਰ। ਭਾਵ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਪਤਾ ਲੱਗੀ ਆ। ਸਭ ਤੋਂ ਪਹਿਲੀ ਚੀਜ਼ 20 ਮੀਟਰ s ਬਰਾਬਰ 20 ਮੀਟਰ 20 ਮੀਟਰ। ਦੂਸਰੀ ਚੀਜ਼ ਸਾਡੇ ਕੋਲ ਹੈਗੀ ਆ ਪ੍ਰਵੇਗ a ਬਰਾਬਰ ਹੈਗਾ 10। ਤੀਸਰੀ ਚੀਜ਼ ਹੈ ਜੀ ਸਾਡੇ ਕੋਲ u ਹੈਗਾ 0 ਮੀਟਰ ਪਰ ਸੈਕਿੰਡ। ਹੁਣ ਪਤਾ ਕੀ ਕਰਨਾ ਹੈ ਕਿ ਕਿੰਨੇ ਵੇਗ ਨਾਲ ਧਰਤੀ ਤੇ ਟਕਰਾਵੇਗਾ। ਭਾਵ ਉਰੋਂ ਚੀਜ਼ ਉਰੇ ਪਹੁੰਚੇਗਾ, ਇਹ ਧਰਤੀ ਹੈ, ਧਰਤੀ ਦੀ ਸਤ੍ਹਾ ਨਾਲ ਕਿੰਨੇ ਵੇਗ ਨਾਲ ਟਕਰਾਵੇਗਾ। ਭਾਵ 20 ਕਿੰਨਾ ਸਤ੍ਹਾ, ਸੋ 20 ਅਸੀਂ ਪਤਾ ਕਰਨਾ ਹੈ। ਪਿਆਰੇ ਬੱਚਿਓ ਇਹਦੇ ਵਿੱਚ ਵੇਖਦੇ ਹਾਂ ਕਿ ਕਿਹੜਾ ਫਾਰਮੂਲਾ ਯੂਜ਼ ਕਰੀਏ। S A U ਅਤੇ V ਨਾਲ ਸੰਬੰਧ ਰੱਖਦਾ ਤਾਂ ਸਾਡੇ ਕੋਲ 1 2 3 ਫਾਰਮੂਲਿਆਂ ਚੋਂ ਆ ਇੱਕ ਫਾਰਮੂਲਾ ਜੋ U V और A ਅਤੇ S ਨਾਲ ਡੀਲ ਕਰਦਾ। ਚਲੋ ਇਹਨੂੰ ਯੂਜ਼ ਕਰਦੇ ਹਾਂ। ਸੋ V ਸਕੁਅਰ ਮਾਈਨਸ U ਸਕੁਅਰ 2AS। ਸੋ V ਦੀ ਵੈਲਿਊ ਸਾਨੂੰ ਪਤਾ ਨਹੀਂ, ਅਸੀਂ ਪਤਾ ਕਰਨੀ ਹੈ ਤਾਂ V ਦੀ ਥਾਂ ਤੇ VA ਲਿਖਤਾ। U ਦੀ ਕੀਮਤ ਸਾਡੇ ਕੋਲ 0 ਆ 2। A ਦੀ ਕੀਮਤ ਹੈ ਸਾਡੇ ਕੋਲ 10। S ਹੈ ਗਿਆ ਸਾਡੇ ਕੋਲ ਦੂਰੀ ਜਿਹਦੀ ਵੈਲਿਊ ਹੈਗੀ 20। ਆਪ ਇਸ ਜਗ੍ਹਾ ਇਹਨਾਂ ਨੂੰ ਅਸੀਂ ਗੁਣਾ ਕਰਾਂਗੇ 2 ਗੁਣਾ 10 ਗੁਣਾ 20 ਜੋ ਕਿ ਸਾਡੇ ਕੋਲ 400 ਬਣਦਾ। ਇਧਰਲੀ ਸਾਈਡ 0 ਆ 0 ਕਿਸੇ ਚੀਜ਼ ਨਾਲ ਜੋੜਾਂਗੇ ਘਟਾਵਾਂਗੇ ਖਤਮ ਹੋ ਜਾਂਦਾ, ਉਹੀ ਚੀਜ਼ ਬਚੇਗੀ ਭਾਵ 20 ਸਕੁਅਰ। ਸੋ ਹੁਣ ਅਸੀਂ 20 ਸਕੁਅਰ ਸਾਨੂੰ ਇੱਕ ਚੀਜ਼ ਹੋਰ ਪਤਾ ਜਾਂ ਤਾਂ ਇੱਥੇ ਮੈਂ ਵਰਗਮੂਲ ਕੱਢ ਲਵਾਂ ਜਾਂ ਫਿਰ ਮੈਂ ਕੀ ਕਰਾਂ ਦੇਖਾਂ ਕਿ 400 ਕੀ ਦਾ ਵਰਗ ਬਣਦਾ, ਜੋ ਕਿ ਮੈਨੂੰ ਪਤਾ ਹੈ ਕਿ 20 ਦਾ ਵਰਗ ਬਣਦਾ ਹੈ। 20 ਦਾ ਵਰਗ 400 ਹੁੰਦਾ ਹੈ ਤਾਂ ਇੱਥੇ 20 ਦੀ ਵੈਲਿਊ ਮੇਰੇ ਕੋਲ 20 ਰਹਿ ਗਈ ਆ ਭਾਵ 20 ਮੀਟਰ ਪਰ ਸੈਕਿੰਡ। ਭਾਵ ਜਿਹੜੀ ਇਹ ਸਿਰ ਗੇਂਦ ਆ ਉਹ ਧਰਤੀ ਦੇ ਉੱਪਰ 20 ਮੀਟਰ ਪਰ ਸੈਕਿੰਡ ਦੇ ਹਿਸਾਬ ਨਾਲ ਟਕਰਾਏਗੀ। ਇੱਕ ਹੋਰ ਇਸ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਕਿੰਨੇ ਸਮੇਂ ਬਾਅਦ ਤੋਂ ਭਾਵ ਕਿ ਸਮਾਂ ਪਤਾ ਕਰਨਾ ਟਾਈਮ। ਸੋ ਟਾਈਮ ਲਈ ਸਾਨੂੰ ਕੋਈ ਹੋਰ ਦੁਬਾਰਾ ਫਿਰ ਦੇਖਣਾ ਪੈਣਾ ਕਿਹੜਾ ਫਾਰਮੂਲਾ ਯੂਜ਼ ਕਰੀਏ। ਸਾਡੇ ਕੋਲ ਇਸ ਸਮੇਂ U V A S ਸਭ ਕੁਝ ਹੈ ਬਟ T ਨਹੀਂ ਹੈ। ਸੋ ਮੈਂ ਇਹਨਾਂ ਦੇ ਵਿੱਚੋਂ ਕੋਈ ਵੀ ਫਾਰਮੂਲਾ ਵਰਤ ਸਕਦਾ, ਚਾਹੇ ਮੈਂ ਆਹ ਫਾਰਮੂਲਾ ਵਰਤ ਸਕਦਾ ਜਾਂ ਆਹ ਵਰਤ ਸਕਦਾ। ਆਹ ਅਸੀਂ ਵਰਤ ਚੁੱਕੇ ਹਾਂ ਕਿਉਂਕਿ ਬਟ T ਹੈ ਨਹੀਂ, ਸੋ ਇਹਨੂੰ ਅਸੀਂ ਵਰਤ ਨਹੀਂ ਸਕਦੇ। ਇਹ ਦੋਹਾਂ ਚੋਂ ਮੈਂ ਕੋਈ ਵੀ ਫਾਰਮੂਲਾ ਵਰਤ ਸਕਦਾ, ਪਰ ਮੈਂ ਪਹਿਲਾ ਫਾਰਮੂਲਾ ਵਰਤੂੰਗਾ ਕਿਉਂਕਿ ਇਹ ਥੋੜਾ ਜਿਹਾ ਬਾਕੀਆਂ ਨਾਲੋਂ ਸੌਖਾ ਹੈ। ਸੋ ਇਹ ਵਰਤਦੇ ਹਾਂ ਜੀ V is equal to U plus 8। ਇਸ ਚੀਜ਼ ਨੂੰ ਬਾਕਸ 'ਚ ਬੰਦ ਕਰ ਲਓ, ਆਨਸਰ ਆ ਤੁਹਾਡਾ।
ਇਹਦੇ ਵਿੱਚ ਫਾਰਮੂਲਾ ਯੂਜ਼ ਕਰਦੇ ਹਾਂ। v ਦੀ ਵੈਲਿਊ ਸਾਨੂੰ ਪਤਾ 20 ਆ, 20 ਭਰ ਚੁੱਕੇ ਹਾਂ ਜੀ। u ਜੋ ਸਾਡੀ ਇਨੀਸ਼ੀਅਲ ਵੈਲੋਸਿਟੀ ਆ, ਜਿਹਨੂੰ ਆਰੰਭਿਕ ਵੇਗ ਕਹਿੰਦੇ ਆ, 0 ਆ। ਜਮਾ a ਦੀ ਕੀਮਤ ਸਾਡੇ ਕੋ ਅਸੀਂ ਵੇਖੀ ਸੀ 10 ਆ। t ਪਤਾ ਕਰਨਾ ਹੈ, ਸਾਨੂੰ ਨਹੀਂ ਪਤਾ ਇਸ ਲਈ ਇਸ ਜਗ੍ਹਾ ਤੇ t ਦਾ t ਹੀ ਭਰ ਦਾਂਗੇ। ਸੋ 0 ਜਮਾ ਸਮਥਿੰਗ, ਇਹਨੂੰ ਹੱਲ ਕਰੀਏ v ਬਰਾਬਰ 10। ਇਸ ਜਗ੍ਹਾ ਤੇ ਮੈਂ ਬਾਕੀ ਹੱਲ ਕਰ ਦਿੰਦਾ ਹੈ। ਮੇਰੇ ਕੋ ਬਚਿਆ ਸੀਗਾ v ਬਰਾਬਰ ਆ 10 t। ਸੋ t ਦੀ ਕੀਮਤ ਆ ਗਈ ਆ, ਕੋਈ ਵੀ ਚੀਜ਼ ਇੱਧਰ t ਨਾਲ ਜੇ ਗੁਣਾ ਹੋ ਰਹੀ ਹੈ ਦੂਸਰੇ ਪਾਸੇ ਜਾ ਕੇ ਭਾਗ ਹੋਏਗੀ ਤਾਂ t ਦੀ ਕੀਮਤ ਆ ਗਈ ਆ 2। ਪਰ ਨਾਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਸਾਰਾ ਨੂਮੈਰੀਕਲ ਹੱਲ ਕਰ ਲੈਂਦੇ ਆ, ਉਹਦੇ ਯੂਨਿਟਸ ਲਿਖਣੇ ਭੁੱਲ ਜਾਂਦੇ ਆ। ਯੂਨਿਟਸ ਜ਼ਰੂਰ ਲਿਖਣੇ ਨੇ। ਤਾਂ ਦੇਖੋ ਸਾਡੇ ਕੋਲ ਡਿਸਟੈਂਸ ਸੀਗਾ, ਦੂਰੀ ਮੀਟਰਸ ਦੇ ਵਿੱਚ ਸੀ, ਐਕਸਲੇਸ਼ਨ ਸੀ ਜਿਹਨੂੰ ਪ੍ਰਵੇਗ ਬੋਲਦੇ, ਮੀਟਰ ਪਰ ਸੈਕਿੰਡ ਸਕੁਅਰ ਸੀ, ਵੈਲੋਸਿਟੀ ਸੀਗੀ ਸਾਡੇ ਕੋਲ, ਚਾਹੇ ਇਨੀਸ਼ੀਅਲ ਜਾਂ ਫਾਈਨਲ ਉਹ ਮੀਟਰ ਪਰ ਸੈਕਿੰਡ ਦੇ ਹਿਸਾਬ ਨਾਲ। ਸੋ ਟਾਈਮ ਸਾਡੇ ਕੋਲ ਕਿਹਦੇ ਵਿੱਚ ਬਚਦਾ, ਅਸੀਂ ਦੇਖਦੇ ਹਾਂ ਇਹਨਾਂ ਵਿੱਚੋਂ ਸਾਰੀ ਚੀਜ਼ ਦੇਖਦੇ ਹਾਂ। ਤਾਂ ਟਾਈਮ ਅਸੀਂ ਸੈਕਿੰਡ ਦੇ ਵਿੱਚ ਯੂਜ਼ ਕਰ ਰਹੇ ਹਾਂ। ਤਾਂ ਸਾਡੇ ਕੋਲ ਇੱਥੇ ਬਚਿਆ t 2 ਸੈਕਿੰਡ। ਇਹਦੇ ਨਾਲ ਹਾਂਜੀ ਬੱਚਿਓ ਆਪਣਾ ਹੁਣ ਨੂਮੈਰੀਕਲ ਅਗਲਾ ਦੇਖਦੇ ਹਾਂ। A car requires a velocity of 72 km per hour in 10 seconds starting from rest। ਭਾਵ ਕਿ ਇੱਕ ਸਾਡੇ ਕੋਲ ਕਾਰ ਆ ਜਿਹੜੀ ਬਿਲਕੁਲ ਰੈਸਟ ਤੋਂ ਸ਼ੁਰੂ ਹੁੰਦੀ ਆ ਤੇ ਉਹ ਆਪਣੀ ਜਿਹੜੀ ਵੈਲੋਸਿਟੀ ਆ 0 ਤੋਂ, ਭਾਵ ਰੈਸਟ ਭਾਵ 0 ਤੋਂ ਵੈਲੋਸਿਟੀ 72 km per hour ਤੱਕ ਲੈ ਜਾਂਦੀ ਆ in 10 ਸੈਕਿੰਡ। ਭਾਵ ਸਾਡੇ ਕੋਲ ਟਾਈਮ ਵੀ ਦਿੱਤਾ ਹੋਇਆ ਹੈ 10 ਸੈਕਿੰਡ। ਸੋ ਜਿਹੜੀ ਚੀਜ਼ ਸਾਡੇ ਕੋਲ ਦਿੱਤੀ ਹੈ ਨਾਲ ਦੀ ਨਾਲ ਮੈਂ ਲਿਖਦੇ ਜਾਂਦੇ ਆ। ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ ਦਿੱਤੀ ਹੈ ਕਿਉਂਕਿ ਰੈਸਟ ਦੇ ਵਿੱਚ ਸੀ, u = 0। ਦੈਨ ਆਫਟਰ that time ਸਾਡੇ ਕੋਲ ਹੈਗਾ 10 ਸੈਕਿੰਡ ਤੇ ਦੈਨ ਸਾਡੇ ਕੋਲ ਫਾਈਨਲ ਵੈਲੋਸਿਟੀ ਦਿੱਤੀ ਹੈ। ਫਾਈਨਲ ਵੈਲੋਸਿਟੀ ਮੀਨਸ ਟੂ ਸੇ v ਹੈਗਾ 72 ਕਿਲੋਮੀਟਰ ਪਰ ਆਵਰ। ਇਸ ਜਗ੍ਹਾ ਬੱਚਿਓ ਸਾਨੂੰ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਪੈਣਾ ਕਿ ਇਸ ਜਗ੍ਹਾ ਜਿਹੜੀ ਵੈਲੋਸਿਟੀ ਆ ਕਿਲੋਮੀਟਰ ਪਰ ਆਵਰ ਦੇ ਵਿੱਚ ਆ, ਬਟ ਸਾਨੂੰ ਚਾਹੀਦੀ ਆ ਮੀਟਰ ਪਰ ਸੈਕਿੰਡ ਦੇ ਵਿੱਚ, ਕਿਉਂਕਿ ਅਸੀਂ ਸਾਰਾ ਦਾ ਸਾਰਾ ਜਿਹੜਾ ਨੂਮੈਰੀਕਲ ਆ ਉਹ ਐਸਆਈ ਯੂਨਿਟਸ ਦੇ ਵਿੱਚ ਸੋਲਵ ਕਰਨਾ ਹੈ। ਸੋ ਇਸ ਜਗ੍ਹਾ ਤੇ ਨੂੰ ਮੈਂ ਕਨਵਰਟ ਕਰਨ ਲੱਗਿਆ। ਸੋ ਕਨਵਰਸ਼ਨ ਦੇ ਲਈ 72 ਕਿਲੋਮੀਟਰ ਉੱਪਰਲੇ ਸਾਈਡ, ਨੀਚੇ ਓਵਰ ਉਹਦੇ ਆਰਸ ਨੇ। ਸੋ ਕਿਲੋਮੀਟਰ ਨੂੰ ਪਹਿਲਾਂ ਮੈਂ ਕਨਵਰਟ ਕਰੂੰਗਾ ਮੀਟਰ ਦੇ ਵਿੱਚ। 1 ਕਿਲੋਮੀਟਰ ਦੇ ਵਿੱਚ ਸਾਡੇ ਕੋਲ 1000 ਮੀਟਰ ਹੁੰਦੇ ਨੇ, ਬਟ ਆਰਸ ਮੈਨੇ ਘੰਟੇ, 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ। ਮਿੰਟ ਦੇ ਵਿੱਚ ਕਨਵਰਟ ਹੋ ਗਿਆ, ਬਟ ਅਸੀਂ ਸੈਕਿੰਡ ਦੇ ਵਿੱਚ ਕਰਨਾ ਤਾਂ ਸੈਕਿੰਡਸ ਲਈ 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਨੇ। ਤਾਂ ਨੇ ਸਾਡੇ ਕੋਲ this one ਆ ਗਿਆ। ਸਰ ਇਹ ਸਾਡੇ ਕੋਲ ਨੂੰ ਸੋਲਵ ਕਰਨ ਦੇ ਉੱਤੇ ਮੀਟਰ ਪਰ ਸੈਕਿੰਡ ਦੇ ਵਿੱਚ ਬਣ ਜਾਂਦੇ ਨੇ। ਸੋਲਵ ਕਰ ਲੈਣੇ ਆ। ਛੇਕਮ ਛੇ ਕੀ 36, 36 ਦੁਨਾ 72, 2 ਤੇ ਕੱਟਿਆ ਗਿਆ। ਸੋ ਸਾਡੇ ਕੋਲ ਆ ਗਿਆ 20 ਮੀਟਰ ਪਰ ਸੈਕਿੰਡ। ਕਰਦੇ ਜੇ ਕਿ ਹੁਣ a car requires a velocity of 72 km in 10 seconds starting from rest. Find a acceleration। ਸਾਡੇ ਕੋਲ acceleration ਅਸੀਂ find ਕਰਨੀ ਆ ਜੋ ਕਿ ਸਾਨੂੰ ਨਹੀਂ ਪਤਾ। ਫਰਸਟ ਪੁਆਇੰਟ ਹੈ ਸਾਡਾ acceleration ਦਾ। ਸੋ acceleration ਅਸੀਂ find ਕਰਨ ਲੱਗੇ ਹਾਂ ਸਭ ਤੋਂ ਪਹਿਲਾਂ। ਸੋ ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ, ਫਾਈਨਲ ਵੈਲੋਸਿਟੀ ਦਾ ਟਾਈਮ ਪਤਾ ਹੈ ਤੇ acceleration find ਕਰਨੀ ਆ। ਸੋ ਇਹਨਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿਹੜਾ ਫਾਰਮੂਲਾ ਯੂਜ਼ ਕਰੀਏ। ਇਸ ਜਗ੍ਹਾ ਦੇ ਉੱਤੇ ਇਨੀਸ਼ੀਅਲ ਵੈਲੋਸਿਟੀ u ਤਿੰਨਾਂ ਦੇ ਵਿੱਚ ਆ, ਫਾਈਨਲ ਵੈਲੋਸਿਟੀ v 2 ਦੇ ਵਿੱਚ ਆ ਤੇ ਐਕਸਲੇਸ਼ਨ ਤਿੰਨਾਂ ਦੇ ਵਿੱਚ ਆ। ਸਾਡੇ ਕੋਲ ਟਾਈਮ ਹੋਣਾ ਜ਼ਰੂਰੀ ਹੈ। ਦੈਨ ਸਾਡੇ ਕੋਲ ਟਾਈਮ ਲਿਆ ਹੈਗਾ ਦੈਨ ਤਾਂ ਸਾਡੇ ਕੋਲ ਉਸ ਤੋਂ ਪਹਿਲੀ ਇਕੁਏਸ਼ਨ ਜ਼ਿਆਦਾ ਸੁਟੇਬਲ ਬਣ ਰਹੀ ਹੈ, ਬਣ ਰਿਹਾ v = u + at। ਸੋ ਇਹ ਯੂਜ਼ ਕਰਦੇ ਹਾਂ। ਦੈਟਸ ਰਾਈਟ। v ਦੀ ਵੈਲਿਊ ਸਾਡੇ ਕੋਲ ਹੈਗੀ 20, u ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ ਹੈਗੀ 0 ਪਲੱਸ
ਐਕਸਲੇਸ਼ਨ a ਅਸੀਂ ਪਤਾ ਕਰਨੀ ਆ, a ਨੂੰ a ਲਿਖ ਲਿਆ, ਟਾਈਮ t t ਹੈਗਾ ਸਾਡੇ ਕੋਲ 10 ਸੈਕਿੰਡ, 10a, ਸੋ a ਦੀ ਵੈਲਿਊ ਆ ਗਈ ਸਾਡੇ ਕੋਲ ਜੀ 20/10 ਮੀਨ ਟੂ ਸੇ a is equal to 2, a ਦੀ ਵੈਲਿਊ 2 ਆ ਗਈ ਹੈ। ਸੋ ਯੂਨਿਟਸ ਨਾਲ ਲਿਖਣੇ ਜ਼ਰੂਰੀ ਹੁੰਦੇ ਨੇ। ਫਿਰ ਮੀਟਰ ਪਰ ਸੈਕਿੰਡ ਦੇ ਵਿੱਚ ਸੀ, ਤੋ ਇਹ ਬਣਿਆ ਮੀਟਰ ਪਰ ਸੈਕਿੰਡ ਸਕੁਅਰ। ਸੋ ਸਾਡਾ ਫਰਸਟ ਪਾਰਟ ਕੰਪਲੀਟ ਹੋ ਚੁੱਕਿਆ ਹੈ, ਜੋ ਅਸੀਂ ਐਕਸਲੇਸ਼ਨ ਫਾਈਂਡ ਕਰਨੀ ਹੈ। ਸੋ ਬੀ ਪੁਆਇੰਟ ਸਾਡਾ ਸੈਕਿੰਡ ਹੈਗਾ, ਫਾਈਂਡ ਦਾ ਐਵਰੇਜ ਵੈਲੋਸਿਟੀ। ਐਵਰੇਜ ਵੈਲੋਸਿਟੀ ਬੇਸਿਕਲੀ ਕੀ ਹੁੰਦੀ ਹੈ ਕਿ ਦੇਖੋ ਕੋਈ ਵੀ ਜੋ ਚੀਜ਼ ਚੱਲਦੀ ਆ ਉਹਦੀ ਕੁਝ ਸਟਾਰਟਿੰਗ ਵੈਲੋਸਿਟੀ ਹੁੰਦੀ ਹੈ, ਕੁਝ ਫਾਈਨਲ ਵੈਲੋਸਿਟੀ ਹੁੰਦੀ ਹੈ, ਦੋਹਾਂ ਦੀ ਐਵਰੇਜ ਲੈਣਾ, ਦੈਟ ਇਜ਼ ਕਾਲਡ ਐਵਰੇਜ ਵੈਲੋਸਿਟੀ। ਸੋ ਐਵਰੇਜ ਲੈਣ ਦਾ ਸਾਨੂੰ ਪਤਾ ਹੈ ਕਿ ਅਸੀਂ ਦੋਨਾਂ ਚੀਜ਼ਾਂ ਨੂੰ ਐਡੀਸ਼ਨ ਕਰ ਲੈਂਦੇ ਹਾਂ, ਦੈਨ 2 ਨਾਲ ਡਿਵਾਈਡ ਕਰ ਲੈਂਦੇ ਹਾਂ। ਜੇ 3 ਦੀ ਐਵਰੇਜ ਲੈਣੀ ਆ, ਅਸੀਂ 6, 7 ਤੇ 8 ਦੇ ਵਿੱਚ ਅਸੀਂ ਐਵਰੇਜ ਬਾਰੇ ਮੈਥਮੈਟਿਕਸ ਵਿੱਚ ਵੀ ਪੜ੍ਹਿਆ ਹੈ, ਠੀਕ। ਸੋ ਇੱਥੇ ਅਸੀਂ ਸੈਕਿੰਡ ਪਾਰਟ ਕਰਨ ਲੱਗੇ ਹਾਂ ਜੀ। ਦੈਨ ਇਹਨੂੰ ਮੈਂ ਥੋੜਾ ਇਰੇਜ਼ ਕਰ ਦਿੰਦਾ ਨਾਲੇ। याद रहे ਤਾਂ ਵੀ। ਦੈਨ ਹੁਣ a ਦੀ ਵੈਲਿਊ ਫਾਈਂਡ ਕਰਨੀ ਹੈ, ਸੌਰੀ ਐਵਰੇਜ ਵੈਲੋਸਿਟੀ ਫਾਈਂਡ ਕਰਨੀ ਹੈ ਜੀ। a stands for average velocity find करनी है ਅਸੀਂ। initial velocity plus final velocity over 2। initial velocity ਸਾਡੇ ਕੋਲ ਸਾਨੂੰ ਪਤਾ ਹੈ 0 ਆ, 0। final velocity ਅਸੀਂ ਕੈਲਕੂਲੇਟ ਕੀਤੀ ਹੈ ਹੁਣੇ, that is 20। so 20/2, 0 plus 20, that is 20, 20/2, that is called 10. So V average is equal to 10 meter per second. ये साढ़े को एवरेज वेलोसिटी आई है। पहली साढ़े को एक्सेलरेशन आई सी, 2 पार्ट ਅਸੀਂ सॉल्व कर चुके हैं। ਹੁਣ ਅਸੀਂ करना थर्ड पार्ट, the distance traveled in this time is 0 मीटर पर सेकंड तो 20 मीटर पर सेकंड तक जाਣ ਦੇ ਲਈ, ਜੋ ਕਿ 10 ਸੈਕਿੰਡ ਦੇ ਵਿੱਚ ਹੋਇਆ ਸੀ, ਕਿੰਨਾ ਡਿਸਟੈਂਸ ਟਰੈਵਲ ਕੀਤਾ ਪਾਣੀ। ਸੋ ਇਹ ਕੈਲਕੂਲੇਟ ਕਰਦੇ ਹਾਂ। ਇਹਦੇ ਲਈ ਫਾਰਮੂਲਾ ਦੇਖਦੇ ਹਾਂ ਜੀ। ਇਹਦੇ ਲਈ ਸਾਡੇ ਕੋਲ ਡਿਸਟੈਂਸ ਅਸੀਂ ਦੇਖਦੇ ਹਾਂ, ਅਸੀਂ s ਪਤਾ ਕਰਨਾ ਹੈ ਇਸ ਕੇਸ ਦੇ ਲਈ। s ਦੇ ਲਈ ਸਾਡੇ ਕੋਲ ਫਾਰਮੂਲੇ 2 ਨੇ। ਸਾਡੇ ਕੋਲ ਐਕਸਲੇਸ਼ਨ ਹੈ, ਟਾਈਮ ਹੈ, ਸਾਰਾ ਕੁਝ ਹੈ। ਸੋ ਇਹ 2 ਦੇ ਵਿੱਚੋਂ ਕੋਈ ਵੀ ਫਾਰਮੂਲਾ ਅਸੀਂ ਯੂਜ਼ ਕਰ ਸਕਦੇ ਹਾਂ, ਬਟ ਮੈਂ ਰეკਮੈਂਡ ਕਰੂੰਗਾ ਦਿਸ ਵਨ, ਥੋੜਾ ਈਜ਼ੀ ਹੁੰਦਾ। ਕਈਆਂ ਨੂੰ ਜੇ ਈਜ਼ੀ ਲੱਗਦਾ ਤਾਂ ਇਹ ਵੀ ਸੋਲਵ ਕਰ ਸਕਦੇ ਹਾਂ। ਦੈਨ ਸ਼ੁਰੂ ਕਰਦੇ ਹਾਂ। ਸਾਡਾ c ਪਾਰਟ v² minus u² is equal to 2as। ਸੋ v ਸਾਡੇ ਕੋਲ v ਹੈਗਾ 72 ਦੀ ਜਗ੍ਹਾ ਤੇ ਉੱਤੇ 20, ਬਿਕੋਜ਼ ਮੀਟਰ ਪਰ ਸੈਕਿੰਡ ਦੇ ਵਿੱਚ ਆਣਾ ਸੀ 20 ਦਾ ਸਕੁਅਰ। ਦੈਨ u ਇਨੀਸ਼ੀਅਲ ਵੈਲੋਸਿਟੀ 0 ਆ, 0 ਦਾ ਸਕੁਅਰ is equal to 2as। 2 a ਸਾਡੇ ਕੋਲ ਹੈਗਾ ਐਕਸਲੇਸ਼ਨ ਅਸੀਂ ਹੁਣੇ ਕੈਲਕੂਲੇਟ ਕਰਕੇ ਹਟੇ ਹਾਂ, this one 2। then s ਜੋ ਕਿ ਡਿਸਟੈਂਸ ਅਸੀਂ ਪਤਾ ਕਰਨਾ ਹੈ। ਮੈਂ ਦੇਖਦੇ ਹਾਂ ਬਾਕੀ ਦਾ ਕੰਪਲੀਟ ਕਰਦੇ ਹਾਂ। 400 minus 0 4s done। then 400 minus 0, that is 400 is equal to 4s। then s की value 400 upon 4, that is called 100। so s is equal to 100। so s distance है, so distance ਅਸੀਂ ਸਾਡੇ ਕੋਲ ਮੀਟਰ ਦੇ ਵਿੱਚ ਹੈ, ਮੀਨ ਟੂ ਸੇ ਥਰਡ ਪਾਰਟ ਜੋ ਹੈ ਸਾਡਾ ਉਹ ਆਇਆ ਸਾਡੇ ਕੋਲ ਮੀਟਰ ਦੇ ਵਿੱਚ। ਹੁਣ ਇੱਥੇ ਅਸੀਂ ਦੇਖਾਂਗੇ ਆ ਸਾਡੇ ਕੋਲ ਫਰਸਟ ਪਾਰਟ ਕੈਲਕੂਲੇਟ ਕੀਤਾ ਹੈ, ਆ ਅਸੀਂ ਸੈਕੰਡ b ਪਾਰਟ ਕੈਲਕੂਲੇਟ ਕੀਤਾ ਹੈ, ਤੇ ਆ ਅਸੀਂ c ਪਾਰਟ ਕੈਲਕੂਲੇਟ